ਕਿੰਨੇ ਸਾਲ ਤੋਂ ਤੁਸੀਂ ਇਸ ਧੰਦੇ ਦੇ ਵਿੱਚ ਜਿਹੜਾ ਆਪਣਾ ਕੰਮ ਕਰ ਰਹੇ ਹੋ? 25 ਸਾਲ ਹੋ ਗਏ ਜੀ ਮੈਨੂੰ ਇਹ ਪੋਲਟਰੀ ਦਾ ਕੰਮ ਕਰਦੇ। 25 ਸਾਲ ਨੌਕਰੀ ਕਰੀ, 10 ਸਾਲ ਹੁਣ 14 ਸਾਲ ਤੋਂ ਮੈਂ ਠੇਕੇ ਤੇ ਫਾਰਮ ਲਿੱਤਾ ਹੋਇਆ। ਉਹ ਸ਼ੁਰੂਆਤ ਕਿੱਥੋਂ ਕਰੇ, ਕਿੰਨੀਆਂ ਕੁ ਮੁਰਗੀਆਂ ਤੋਂ ਸ਼ੁਰੂਆਤ ਕਰੇ ਤੇ ਕਿੰਨਾ ਕੁ ਖਰਚ ਜਿਹੜਾ ਉਹਦਾ ਇਸ ਧੰਦੇ ਨੂੰ ਸ਼ੁਰੂ ਕਰਨ ਦੇ ਲਈ ਆ ਜਾਂਦਾ ਅੱਜ ਦੇ ਸਮੇਂ ਦੇ ਵਿੱਚ? ਅੱਜ ਦੇ ਸਮੇਂ ਵਿੱਚ ਮੁਰਗੀ ਫਾਰਮ ਬਹੁਤ ਮਹਿੰਗਾ ਫਾਰਮ ਹੈ ਜੀ। 5000 ਮੁਰਗੀ ਜਿਹੜੀ ਹੈਗੀ ਉਹ ਵੀ 10 ਲੱਖ ਦੀ ਪਲਦੀ ਹੈ, ਜਿਹਦੇ ਵਿੱਚ ਫੀਡ ਮਹਿੰਗੀ ਹੈ। ਕਿੰਨੇ ਏਰੀਏ ਦੇ ਵਿੱਚ ਜਿਹੜੀ ਆ 5000 ਮੁਰਗੀ ਜਿਹੜੀ ਪਾਲੀ ਜਾ ਸਕਦੀ ਹੈ? ਕਿੰਨੇ ਬਾਈ ਕਿੰਨੇ ਦਾ ਜਿਹੜਾ ਸ਼ੈੱਡ ਚਾਹੀਦਾ ਹੁੰਦਾ? ਇਹਦੇ ਵਿੱਚ 200 ਫੁੱਟ ਲੰਬਾ ਹੋਵੇ, 30 ਫੁੱਟ ਚੌੜੇ ਦੇ ਵਿੱਚ, 32 ਫੁੱਟ ਚੌੜੇ ਦੇ ਵਿੱਚ 5000 ਮੁਰਗੀ ਪਲ ਜਾਂਦੀ ਹੈ। ਕਿੰਨੇ ਕੁ % ਮੁਰਗੀ ਪਾਲਣ ਦੇ ਵਿੱਚ ਬੰਦਾ ਕਾਮਯਾਬ ਹੋ ਜਾਂਦਾ ਹੈ ਕਿ ਜੇ 5000 ਆ ਤਾਂ ਕਿੰਨੇ ਕੁ ਸਕਸੈਸਫੁਲ ਹੋ ਜੂਗੀ, ਕਿੰਨੀ ਕੁ ਮੁਰਗੀ ਸਹੀ ਤਰੀਕੇ ਨਾਲ ਪਲ ਜੂ? 2 ਮਹੀਨੇ ਦੇ ਵਿੱਚ ਮਈ ਜੂਨ ਦਾ ਮਹੀਨਾ ਗਰਮੀ ਦਾ ਹੁੰਦਾ ਹੈ। ਜਿੱਦਾਂ ਹੁਣ ਗਰਮੀ ਜੁਲਾਈ 'ਚ ਪਈ ਹੈ, 10% ਮੁਰਗੀ ਮਰ ਜਾਂਦੀ ਹੈ। ਕਿੰਨਾ ਕੁ % ਦਾ ਲੋਨ ਜਿਹੜਾ ਮੁਰਗੀ ਪਾਲਣ ਦੇ ਧੰਦੇ ਵਿੱਚ ਦੇ ਦਿੱਤਾ ਹੈ? ਤੇ 20 ਲੱਖ ਦੀ ਪ੍ਰਾਪਰਟੀ ਹੈ, ਤੁਹਾਨੂੰ 10 ਲੱਖ ਰੁਪਏ 8 ਲੱਖ ਰੁਪਏ ਤੁਹਾਨੂੰ ਲੋਨ ਦੇ ਦਿਆਂਗੇ। ਤਾਂ ਸਰਕਾਰ ਵੱਲੋਂ ਕੋਈ ਮਦਦ ਕੀਤੀ ਜਾਂਦੀ ਵਪਾਰੀ ਵਰਗ ਦੀ ਜਿਹੜਾ ਇਸ ਫੀਲਡ ਦੇ ਵਿੱਚ ਹੈਗਾ ਪੋਲਟਰੀ ਫਾਰਮ? ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲਦੀ ਜੀ, ਨਾ ਬੈਂਕ ਵੱਲੋਂ ਨਾ ਸਰਕਾਰ ਵੱਲੋਂ ਕਿਸੇ ਪ੍ਰਕਾਰ ਦੀ ਮਦਦ ਨਹੀਂ ਮਿਲਦੀ। ਕੋਈ ਇਦਾਂ ਦੇ ਆਉਂਦੇ ਨੇ ਟੀਕੇ ਕਿ ਜਿਹਦੇ ਨਾਲ ਰਾਤੋਂ ਰਾਤ ਬੱਚਾ ਜਿਹੜਾ ਵੱਡਾ ਹੋ ਜਾਂਦਾ? ਸਤਿ ਸ਼੍ਰੀ ਅਕਾਲ ਦੋਸਤੋ, ਪ੍ਰਾਈਡ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ, ਮੈਂ ਸੰਸਾਰਦੀਪ। ਦੋਸਤੋ, ਪੰਜਾਬ ਨੂੰ ਵੈਸੇ ਤਾਂ ਖੇਤੀ ਪ੍ਰਧਾਨ ਸੂਬਾ ਕਿਹਾ ਜਾਂਦਾ ਹੈ। ਪੰਜਾਬ ਦਾ ਬਹੁਤਾ ਹਿੱਸਾ ਜਾਂ ਬਹੁਤੀ ਜਨਸੰਖਿਆ ਜਿਹੜੀ ਹੈ ਖੇਤੀ ਦੇ ਉੱਪਰ ਨਿਰਭਰ ਆ, ਖੇਤੀਬਾੜੀ ਕਰਕੇ ਆਪਣੀ ਜਿਹੜੀ ਗੁਜ਼ਰ ਬਸਰ ਕਰ ਰਹੀ ਹੈ। ਪਰ ਸਮੇਂ ਦੇ ਨਾਲ ਪੰਜਾਬ ਦੇ ਮਿਹਨਤੀ ਲੋਕਾਂ ਨੇ ਹੋਰ ਸਹਾਇਕ ਧੰਦਿਆਂ ਨੂੰ ਅਪਣਾਇਆ। ਜਦੋਂ ਤੋਂ ਹਰੀ ਕ੍ਰਾਂਤੀ ਆਈ ਉਸ ਤੋਂ ਬਾਅਦ ਕਿਹਾ ਗਿਆ ਕਿ ਖੇਤੀ ਹੁਣ ਜਿਹੜਾ ਫਾਇਦੇ ਦਾ ਧੰਦਾ ਨਹੀਂ ਰਹਿ ਗਿਆ। ਹੁਣ ਜੇਕਰ ਪੰਜਾਬ ਸੂਬਾ ਬਚਾਉਣਾ ਹੈ, ਪੰਜਾਬ ਬਚਾਉਣਾ ਹੈ ਤਾਂ ਸਹਾਇਕ ਧੰਦੇ ਕਰਨੇ ਪੈਣਗੇ, ਜਿਹਦੇ ਵਿੱਚੋਂ ਮੁਰਗੀ ਪਾਲਣ ਦਾ ਧੰਦਾ ਜਿਹੜਾ ਵਿਸ਼ੇਸ਼ ਤੌਰ 'ਤੇ ਇੱਕ ਸਹਾਇਕ ਧੰਦਿਆਂ ਦੇ ਵਿੱਚ ਮੁੱਢੀ ਬਣ ਕੇ ਜਿਹੜਾ ਸਾਹਮਣੇ ਨਿਖਰ ਕੇ ਸਾਹਮਣੇ ਆਇਆ। ਪੰਜਾਬ ਦੇ ਵਿੱਚ ਪੋਲਟਰੀ ਫਾਰਮਸ ਬਹੁਤ ਖੁੱਲ੍ਹੇ, ਕਾਫੀ ਲੋਕਾਂ ਨੇ ਜਿਹੜੇ ਕਾਮਯਾਬ ਵੀ ਹੋਏ, ਚੰਗਾ ਪੈਸਾ ਕਮਾਇਆ, ਚੰਗਾ ਨਾਂ ਕਮਾਇਆ। ਐਸੀ ਸ਼ਖਸੀਅਤ ਬਾਈ ਹੋਣੀ ਸਾਡੇ ਨਾਲ ਨੇ ਜਿਹੜੇ ਪਿਛਲੇ 25-26 ਸਾਲ ਤੋਂ ਇਸ ਧੰਦੇ ਦੇ ਨਾਲ ਜੁੜੇ ਹੋਏ ਨੇ, ਚੰਗਾ ਆਪਣਾ ਪੈਸਾ ਕਮਾ ਰਹੇ ਨੇ ਤੇ ਚੰਗਾ ਨਾਮ ਇਹਨਾਂ ਦਾ ਏਰੀਏ ਦੇ ਵਿੱਚ ਹੈਗਾ। ਬਾਈ ਉਹਨਾਂ ਤੋਂ ਜਾਣਦੇ ਹਾਂ ਕਿ ਇਹ ਧੰਦਾ ਅਸਲ ਦੇ ਵਿੱਚ ਹੈ ਕਿ ਕਿੰਨਾ ਇਹਦੇ ਪਰ ਖਰਚ ਆਉਂਦਾ ਤੇ ਕੀ ਖੁਰਾਕ ਹੈਗੀ, ਤੇ ਹੋਰ ਜਿਹੜੀਆਂ ਗੱਲਾਂ ਬਾਤਾਂ ਮੁਰਗੀ ਪਾਲਣ ਨੂੰ ਲੈ ਕੇ ਕੁਝ ਅਫਵਾਹਾਂ ਉੜਦੀਆਂ ਨੇ ਉਹਨਾਂ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ। ਬਾਈ ਜੀ, ਪਹਿਲਾ ਸਵਾਲ ਇਹ ਆ ਕਿ ਕਿੰਨੇ ਸਾਲ ਤੋਂ ਤੁਸੀਂ ਇਸ ਧੰਦੇ ਦੇ ਵਿੱਚ ਜਿਹੜਾ ਆਪਣਾ ਕੰਮ ਕਰ ਰਹੇ ਹੋ? 25 ਸਾਲ ਹੋ ਗਏ ਜੀ ਮੈਨੂੰ ਇਹ ਪੋਲਟਰੀ ਦਾ ਕੰਮ ਕਰਦੇ। 25 ਸਾਲ ਨੌਕਰੀ ਕਰੀ, 10 ਸਾਲ ਹੁਣ 14 ਸਾਲ ਤੋਂ ਮੈਂ ਠੇਕੇ ਤੇ ਫਾਰਮ ਲਿੱਤਾ ਹੋਇਆ। ਅੱਛਾ, ਪਹਿਲਾਂ ਤੁਸੀਂ ਨੌਕਰੀ ਕਰਦੇ ਸੀ, ਹੁਣ ਠੇਕੇ ਤੇ ਫਾਰਮ ਮੈਂ ਕਰਿਆ 14 ਸਾਲ ਤੋਂ। ਤੇ ਕਿਰਾਇਆ ਵੀ ਹੁਣ ਦਿੰਦੇ ਆ, ਲੇਬਰ ਵੀ ਹੈ, ਬਿਜਲੀ ਵੀ ਹੈ। ਤੇ ਭਾਈ, ਜਦੋਂ ਤੁਹਾਨੂੰ 25-26 ਸਾਲ ਦਾ ਤਜਰਬਾ ਹੈ ਨਾ ਹੈਗਾ, ਜਦੋਂ ਕੋਈ ਲਾ ਲਓ ਅੱਜ ਕੱਲ੍ਹ ਖੇਤੀਬਾੜੀ ਵੀ ਕਰਦੇ ਨੇ ਪਰ ਕਹਿੰਦੇ ਨੇ ਕਿ ਨਾਲ ਦੀ ਨਾਲ ਕੋਈ ਹੋਰ ਧੰਦਾ ਵੀ ਕੀਤਾ ਜਾਵੇ, ਅਗਲਾ ਕੋਈ ਸੋਚ ਲੈਂਦਾ, ਨੌਜਵਾਨ ਸੋਚ ਲੈਂਦਾ ਕਿ ਮੁਰਗੀ ਪਾਲਣ ਦਾ ਧੰਦਾ। ਉਹ ਸ਼ੁਰੂਆਤ ਕਿੱਥੋਂ ਕਰੇ, ਕਿੰਨੀਆਂ ਕੁ ਮੁਰਗੀਆਂ ਤੋਂ ਸ਼ੁਰੂਆਤ ਕਰੇ ਤੇ ਕਿੰਨਾ ਕੁ ਖਰਚ ਜਿਹੜਾ ਉਹਦਾ ਇਸ ਧੰਦੇ ਨੂੰ ਸ਼ੁਰੂ ਕਰਨ ਦੇ ਲਈ ਆ ਜਾਂਦਾ ਅੱਜ ਦੇ ਸਮੇਂ ਦੇ ਵਿੱਚ? ਅੱਜ ਦੇ ਸਮੇਂ ਵਿੱਚ ਮੁਰਗੀ ਫਾਰਮ ਬਹੁਤ ਮਹਿੰਗਾ ਫਾਰਮ ਹੈ ਜੀ। 5000 ਮੁਰਗੀ ਜਿਹੜੀ ਹੈਗੀ ਉਹ ਵੀ 10 ਲੱਖ ਦੀ ਪਲਦੀ ਹੈ, ਜਿਹਦੇ ਵਿੱਚ ਫੀਡ ਮਹਿੰਗੀ ਹੈ। ਤੇ ਫੀਡ ਮਹਿੰਗੀ ਤੋਂ ਇਲਾਵਾ ਕਮਾਈ ਘੱਟ ਹੈ। ਪਹਿਲੇ 700 ਰੁਪਏ ਬੋਰੀ ਆਉਂਦੀ ਸੀ, ਹੁਣ ਸਾਨੂੰ 1200 ਰੁਪਏ ਬੋਰੀ ਆਉਂਦੀ ਹੈ ਸਾਨੂੰ ਫੀਡ ਦੀ ਬੋਰੀ। ਮੱਕੀ ਮਹਿੰਗੀ ਹੈ, 4 ਸਾਲਾਂ ਤੋਂ ਕੁਝ ਨਹੀਂ ਬਚਿਆ। 2019 ਤੋਂ ਘਾਟੇ ਜਾ ਰਹੇ ਹਾਂ ਅਸੀਂ। 2300 ਰੁਪਏ ਮੱਕੀ ਲਿੱਤੀ ਹੈ, 2300 ਰੁਪਏ ਬਾਜਰਾ ਲਿੱਤਾ ਹੈ ਅਸੀਂ। ਤੇ ਇਹਦਾ ਬਾਜਰਾ ਮੱਕੀ ਮੇਨ ਜਿਹੜਾ ਹੈ ਪੋਲਟਰੀ ਨੂੰ ਪੈਂਦਾ ਹੈ, 50% ਪੈਂਦਾ ਹੈ। ਬਾਕੀ ਜਿਹੜੀ ਸੋਇਆਬੀਨ ਮਹਿੰਗੀ ਹੈ, ਮੂੰਗਫਲੀ ਖਲ ਦੀ ਬਹੁਤ ਮਹਿੰਗੀ ਹੋ ਗਈ ਹੈ। ਜਿਹੜੀ ਸਾਨੂੰ ਮੱਕੀ ਬਾਜਰਾ 1500 ਮਿਲਦੀ ਸੀ, ਅੱਜ ਸਾਨੂੰ 2-2000 ਮਿਲ ਰਹੀ ਹੈ, 1800। ਤੇ ਮੂੰਗਫਲੀ ਖਲ ਜਿਹੜੀ ਹੈ ਮਿਲਦੀ ਸੀ 2700 ਰੁਪਏ ਕੁਇੰਟਲ, ਉਹ ਆ ਰਹੀ ਹੈ 4400 ਰੁਪਏ ਕੁਇੰਟਲ। ਸੋਇਆ 7000 ਰੁਪਏ ਕੁਇੰਟਲ ਆ ਰਿਹਾ। ਵੀ ਫੀਡ ਬਹੁਤ ਮਹਿੰਗੀ ਹੈ, ਟੈਕਸ ਵੀ ਪੈਂਦਾ ਇਹਦੇ ਤੇ, ਬੱਚਤ ਘੱਟ ਗਈ ਹੈ, ਕਮਾਈ ਹੈ ਨਹੀਂ। 4 ਸਾਲਾਂ ਤੋਂ ਘਾਟੇ ਜਾ ਰਹੇ ਹਾਂ ਅਸੀਂ ਜੀ। ਬਾਈ, ਤੁਸੀਂ ਕਿਹਾ ਕਿ 10 ਲੱਖ ਰੁਪਈਏ ਦੇ ਨਾਲ
ਜਿਹੜੀ 5000 ਮੁਰਗੀ ਜਿਹੜੀ ਪਲ ਜਾਂਦੀ ਆ, ਸ਼ੈੱਡ ਦੇ ਉੱਪਰ ਕੱਲਾ ਆਪਾਂ ਸ਼ੈੱਡ ਗੱਲ ਕਰੀਏ, ਕਿੰਨੇ ਏਰੀਏ ਦੇ ਵਿੱਚ ਜਿਹੜੀ ਆ 5000 ਮੁਰਗੀ ਜਿਹੜੀ ਪਾਲੀ ਜਾ ਸਕਦੀ ਹੈ? ਕਿੰਨੇ ਬਾਏ ਕਿੰਨੇ ਦਾ ਜਿਹੜਾ ਸ਼ੈੱਡ ਚਾਹੀਦਾ ਹੁੰਦਾ? ਇਹਦੇ ਵਿੱਚ 200 ਫੁੱਟ ਲੰਬਾ ਹੋਵੇ, 30 ਫੁੱਟ ਚੌੜੇ ਦੇ ਵਿੱਚ, 32 ਫੁੱਟ ਚੌੜੇ ਦੇ ਵਿੱਚ 5000 ਮੁਰਗੀ ਪਲ ਜਾਂਦੀ ਹੈ, ਜਿਹਦੇ ਵਿੱਚ 80 ਰੁਪਏ ਕੇਜ ਲੱਗਦਾ ਹੈ, 200 ਰੁਪਏ ਬਿਲਡਿੰਗ ਖਰਚਾ ਹੈ ਇਸ ਪਰ ਮੁਰਗੀ ਪਿੱਛੋਂ। ਅੱਛਾ, ਉਹ 10 ਲੱਖ ਦੇ ਵਿੱਚ ਇਨਕਲੂਡ ਹੈਗਾ ਸਾਰਾ? ਨਾ, ਮੁਰਗੀ 10 ਲੱਖ ਪਲਦੀ ਹੈ, 200 ਰੁਪਏ ਪਰ ਮੁਰਗੀ ਪੈਂਦੀ ਹੈ। ਪਹਿਲੇ 4 ਸਾਲ ਪਹਿਲੇ ਮੁਰਗੀ ਮੈਂ 140 ਰੁਪਏ ਮੁਰਗੀ ਪਰ ਪਾਲਦਾ ਸੀ, ਹੁਣ 60-70 ਰੁਪਏ ਪਰ ਮੁਰਗੀ ਮਹਿੰਗੀ ਹੋ ਗਈ ਹੈ 4 ਸਾਲਾਂ ਤੋਂ ਜੀ। ਕਮਾਈ ਹੈ ਨਹੀਂ, ਘਾਟੇ ਜਾ ਰਹੇ ਹੈ ਜੀ, 2 ਸਾਲ ਤੋਂ ਬੁਰਾ ਹਾਲ ਹੈ ਸਾਡਾ ਜੀ। ਤੇ ਬਾਈ ਘਾਟੇ 'ਚ ਜਾ ਰਹੇ ਹੋ ਤੁਸੀਂ, ਫੀਡ ਦੀ ਗੱਲ ਕਰੀਏ, ਫੀਡ ਦਾ ਕਾਫੀ ਹੈ ਨਾ ਫਾਰਮੂਲੇ ਲੈਦੇ ਚੱਲਦੇ ਨੇ। ਇੱਕ ਕਾਮਯਾਬ ਵੀ ਚਲੋ ਚੰਗਾ ਨਾਮ ਤੁਹਾਡਾ ਹੈਗਾ ਹੈ ਨਾ। ਫੀਡ ਦਾ ਖਰਚਾ ਕੀ ਹੈਗਾ, ਫੀਡ ਦਾ ਫਾਰਮੂਲਾ ਕੀ ਹੈਗਾ? ਪਹਿਲਾਂ ਤਾਂ ਜੇ ਗੱਲ ਕਰੀਏ ਫੀਡ ਦੇ ਵਿੱਚ, ਮੁਰਗੀਆਂ ਦੀ ਫੀਡ ਦੇ ਵਿੱਚ ਪੈਂਦਾ ਕੀ ਕੁਛ ਆ? ਮੱਕੀ ਬਾਜਰਾ ਪੈਂਦਾ ਜੀ, ਮੂੰਗਫਲੀ ਦੀ ਖਲ ਪੈਂਦੀ ਹੈ, ਸੂਰਜਮੁਖੀ ਦੀ ਖਲ ਪੈਂਦੀ ਹੈ, ਸਰੋਂ ਦੀ ਖਲ ਪੈਂਦੀ ਹੈ, ਸਰੋਂ ਤੇਲ ਦੀ ਖਲ, ਜਿਹਦੇ ਵਿੱਚ DOC ਪੈਂਦੀ ਹੈ, ਚਾਵਲਾਂ ਦੀ DRP ਪੈਂਦੀ ਹੈ, ਜਿਹੜੀ ਪਲਾਂਟ ਤੋਂ ਮਤਲਬ ਜੋ ਆਮ ਦੇਸੀ। ਹਾਂ, ਇਹ ਫਾਰਮੂਲੇ ਹੈ ਜੀ। ਜਿਹੜੀਆਂ ਮੂੰਗਫਲੀ ਖਾਲਾਂ ਬਹੁਤ ਮਹਿੰਗੀਆਂ, ਮੱਕੀ ਬਾਜਰਾ, ਮੱਕੀ ਹੁਣ ਦੁਬਾਰਾ ਮਹਿੰਗੀ ਹੋ ਗਈ ਹੈ ਜੀ। ਕੁਛ ਬਾਜਰਾ ਸਸਤਾ ਸੀਗਾ ਤਾਂ ਕੁਛ ਚਲੋ ਘਾਟੇ ਪੂਰੇ ਹੋ ਰਹੇ ਸੀਗੇ। ਹੁਣ ਮੱਕੀ 1800 ਰੁਪਏ ਕੁਇੰਟਲ ਫਿਰ ਮਿਲ ਰਹੀ ਹੈ। ਲਾ ਲਓ ਹੁਣ ਹੈ ਨਾ, ਮੌਸਮ ਗਰਮੀ ਦਾ ਹੈਗਾ, ਚਲੋ ਅੱਜ ਤਾਂ ਮੌਸਮ ਠੰਡਾ ਹੈ, ਹੁਣ 2-3 ਦਿਨ ਤੋਂ ਬਾਰਿਸ਼ ਵੀ ਹੈਗੀ। ਮੌਸਮ ਦਾ ਕਿੰਨਾ ਕੁ ਇਫੈਕਟ ਪੈਂਦਾ ਕੋਈ ਮੁਰਗੀ ਦੇ ਉੱਪਰ? ਜੇ ਲਾ ਲਓ ਆਪਾਂ ਨੇ 5000 ਮੁਰਗੀ ਪਾਲੀ ਤਾਂ ਉਹਦੇ ਵਿੱਚ ਕੁਝ ਨੁਕਸਾਨ ਵੀ ਹੋ ਜਾਂਦਾ, ਕਿਉਂਕਿ ਜਾਨਵਰ ਆ, ਚਲੋ ਥੋੜ੍ਹਾ ਬਹੁਤਾ ਹੋ ਜਾਂਦਾ, ਪਰ ਕਿੰਨੇ ਕੁ % ਮੁਰਗੀ ਪਾਲਣ ਦੇ ਵਿੱਚ ਬੰਦਾ ਕਾਮਯਾਬ ਹੋ ਜਾਂਦਾ ਹੈ? ਕਿ ਜੇ 5000 ਆ ਤਾਂ ਕਿੰਨੇ ਕੁ ਸਕਸੈਸਫੁਲ ਹੋ ਜੂਗੀ, ਕਿੰਨੀ ਕੁ ਮੁਰਗੀ ਸਹੀ ਤਰੀਕੇ ਨਾਲ ਪਲ ਜੂਗੀ? 2 ਮਹੀਨੇ ਦੇ ਵਿੱਚ ਮਈ ਜੂਨ ਦਾ ਮਹੀਨਾ ਗਰਮੀ ਦਾ ਹੁੰਦਾ ਹੈ, ਜਿੱਦਾਂ ਹੁਣ ਗਰਮੀ ਜੁਲਾਈ 'ਚ ਪਈ ਹੈ, 10% ਮੁਰਗੀ ਮਰ ਜਾਂਦੀ ਹੈ। 10% ਦਾ ਨੁਕਸਾਨ ਹੈ? ਹਾਂ, 5000 ਮੁਰਗੀ ਪਿੱਛੋਂ 10% 12% ਦਾ ਮਰਦੀ ਹੈ ਮੁਰਗੀ ਗਰਮੀ ਨੂੰ। ਜਿਹੜੀ ਗਰਮੀ ਜ਼ਿਆਦਾ ਪੈ ਜਾਂਦੀ ਹੈ, ਪੱਖੇ ਚਲਾਉਂਦੇ ਹਾਂ ਅਸੀਂ, ਫਿਰ ਫਾਗਲ ਚਲਾਉਂਦੇ ਆਪਣੇ ਬਚਾਓ ਵਾਸਤੇ, ਬਚਾਓ ਕਰਨਾ ਪੈਂਦਾ, ਫਿਰ ਵੀ ਨੁਕਸਾਨ ਸਾਡਾ ਹੋ ਜਾਂਦਾ 10-12% 2 ਮਹੀਨਿਆਂ 'ਚ। ਤੇ ਫਿਰ ਨੁਕਸਾਨ ਜਿਹੜਾ ਹੋ ਜਾਂਦਾ ਹੈ ਨਾ, ਉਹ ਫਿਰ ਬਾਕੀ ਦੀ ਮੁਰਗੀ ਜਿਹੜੇ ਉਹ ਪੂਰਾ ਹੋ ਜਾਂਦਾ ਨੁਕਸਾਨ, ਜਾਂ ਕਈ ਵਾਰ ਪੱਲੇ ਤੋਂ ਵੀ, ਆਪਾਂ ਲੋਕਡਾਊਨ ਤੋਂ ਪਹਿਲਾਂ ਦੀ ਵੀ ਗੱਲ ਕਰੀਏ, ਪੱਲੇ ਤੋਂ ਵੀ ਪਹਿਲਾਂ ਵੀ ਪੈ ਜਾਂਦੇ ਸੀ, ਜਾਂ ਕਿ ਪੂਰਾ ਜਿਹੜਾ ਕਰ ਦਿੰਦੀ ਆ ਮੁਰਗੀ ਜਿਹੜੀ ਹੈਗੀ ਜੋ ਵੇਚ ਕੇ ਹੋ ਜਾਂਦਾ ਪੂਰਾ? ਮੁਰਗੀ ਜਿਹੜੀ ਐਂਡ 'ਚ ਵਿਕਦੀ ਹੈ 18 ਮਹੀਨੇ ਬਾਅਦ ਵਿਕਦੀ ਹੈ, ਜਿਹੜੀ ਕੋਈ 10 ਰੁਪਏ ਵਿਕ ਜਾਂਦੀ ਹੈ, ਕਦੀ 25 ਰੁਪਏ ਕਿਲੋ ਵਿਕ ਜਾਂਦੀ ਹੈ। ਇਹ ਬਾਜ਼ਾਰ ਦੇ ਰੇਟ ਦੇ ਹਿਸਾਬ ਨਾਲ 35 ਰੁਪਏ ਕਿਲੋ ਵਿਕ ਜਾਂਦੀ ਹੈ 18 ਮਹੀਨੇ ਬਾਅਦ, ਮਾਰਕੀਟ ਦੇ ਹਿਸਾਬ ਹੈ। 50 ਰੁਪਏ ਦੀ ਮੁਰਗੀ ਵਿਕਦੀ ਹੈ ਪਰ ਪੀਸ 18 ਮਹੀਨੇ ਬਾਅਦ, ਜਿਹੜਾ ਸਾਨੂੰ 200 ਰੁਪਏ ਹੈ ਘਰ ਪੈਂਦੀ ਹੈ ਸਾਨੂੰ ਜਿਹੜੀ ਮੁਰਗੀ। ਜਿਹੜਾ 200 ਰੁਪਏ ਦਾ ਖਰਚਾ ਉਹ ਸਿਰਫ 50 ਰੁਪਏ ਵਿਕਦੀ 18 ਮਹੀਨੇ ਬਾਅਦ ਜੀ। ਤੇ ਮੁਰਗੀ ਦਾ ਆਂਡੇ ਤੁਸੀਂ ਵੇਚਦੇ ਹੋ ਹੈ ਨਾ, ਆਂਡੇ ਦਾ ਕਿੰਨੇ ਟਾਈਮ ਬਾਅਦ ਮੁਰਗੀ ਜਿਹੜੀ ਆਂਡੇ ਦੇਣਾ ਸ਼ੁਰੂ ਕਰ ਦਿੰਦੀ ਆ? ਕਿੰਨੇ ਟਾਈਮ ਬਾਅਦ ਜਿਹੜਾ ਆਪਾਂ ਨੂੰ ਇਨਕਮ ਆਉਣੀ, ਜਦੋਂ ਆਪਾਂ ਨੇ ਫਾਰਮ ਸਟਾਰਟ ਕਰ ਲਿਆ, ਕਿੰਨੇ ਟਾਈਮ ਬਾਅਦ ਇਨਕਮ ਆਉਣੀ ਜਿਹੜੀ ਸਟਾਰਟ ਹੋ ਜਾਂਦੀ? ਇਹਨੂੰ 5 ਮਹੀਨੇ ਫੀਡ ਖਵਾਉਣੀ ਪੈਂਦੀ ਹੈ ਇੱਕ ਮੁਰਗੀ ਨੂੰ। 40 ਗ੍ਰਾਮ ਦੀ ਮੁਰਗੀ ਆਉਂਦੀ ਹੈ, 1.5 ਕਿਲੋ ਦੀ ਹੋ ਜਾਂਦੀ ਹੈ 5 ਮਹੀਨੇ 'ਚ। 5 ਮਹੀਨੇ ਤਿਆਰ ਹੁੰਦੀ? ਹਾਂ, 5 ਮਹੀਨੇ ਤਿਆਰ ਹੁੰਦੀ ਹੈ। 5 ਮਹੀਨੇ ਪੱਲੋਂ ਪੈਸੇ ਲਾਣੇ ਪੈਂਦੇ ਆ, ਜਾਂ ਬੈਂਕ ਤੋਂ ਵੀ ਲਿਆ, ਬੈਂਕ ਦਾ ਕਰਜ਼ਾ ਨਹੀਂ ਉਤਰ ਰਿਹਾ ਅਜੇ, ਤੇ ਬੈਂਕ ਤੋਂ ਲੋਨ ਲੈ ਕੇ ਵੀ ਅੱਜ ਕੱਲ੍ਹ ਬਹੁਤ ਨੁਕਸਾਨ ਹੈ, ਘਾਟੇ ਬਹੁਤ ਨੇ, ਫੀਡ ਬਹੁਤ ਮਹਿੰਗੀ ਹੈ। ਤੇ ਮਾਰਕੀਟ ਦੇ ਹਿਸਾਬ ਨਾਲ ਅੰਡਾ 3 ਰੁਪਏ ਵਿਕਦਾ, 2.5 ਵੀ ਵਿਕਦਾ, ਵੀ 3.5-4 ਰੁਪਏ ਘਰ ਪੈਂਦਾ ਅੱਜ ਦੇ ਰੇਟ ਦੇ ਹਿਸਾਬ ਨਾਲ। ਜਿੰਨਾ ਨੁਕਸਾਨ ਹੋ ਜਾਂਦਾ, ਜਿੰਨਾ ਵੀ ਮੁਰਗੀ ਮਰ ਜਾਂਦੀ ਹੈ, ਫਾਰਮ ਦੇ ਖਰਚੇ ਹੈ, ਬੈਂਕ ਦੇ ਵਿਆਜ ਵੀ ਹੈ, ਟੈਕਸ ਵੀ ਹੈ, ਫੀਡ ਤੇ 4-5% ਟੈਕਸ ਵੀ ਹੈ। ਫੀਡ ਬਹੁਤ ਥੈਲਾ ਜਿਹੜਾ 700 ਵਾਲਾ ਸਾਨੂੰ 1200 ਰੁਪਏ ਰਿਹਾ, ਅੱਜ ਮਹਿੰਗਾ ਥੈਲਾ ਬਹੁਤ ਮਿਲ ਰਿਹਾ। ਅੱਛਾ, ਤੇ ਲੋਨ ਦੀ ਗੱਲ ਕਰੀਏ, ਤੁਸੀਂ ਬੈਂਕ ਦੀ ਗੱਲ ਕੀਤੀ ਹੈ ਨਾ, ਕਿਉਂਕਿ ਪੈਸਾ ਜੇਕਰ ਅੱਜ ਕੱਲ੍ਹ ਗੱਲ ਕਰੀਏ ਕਿਸੇ ਕੋਲ ਨਹੀਂ ਇੰਨਾ ਜ਼ਿਆਦਾ ਹੈਗਾ ਕਿ ਇੰਨੀ ਇਨਵੈਸਟਮੈਂਟ ਕਰ ਸਕੀਏ। ਲੋਨ ਦੀ ਗੱਲ ਕਰੀਏ, ਲੋਨ ਕਿੰਨੇ ਕੁ ਦਾ ਲੋਨ ਜਿਹੜਾ ਸਰਕਾਰ ਵੱਲੋਂ ਪ੍ਰੋਵਾਈਡ ਕਰਵਾ ਦਿੱਤਾ ਜਾਂਦਾ ਹੈ ਮੁਰਗੀ ਪਾਲਣ ਦੇ ਧੰਦੇ ਲਈ? ਕਿਉਂਕਿ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਸਹਾਇਕ ਧੰਦਿਆਂ ਨੂੰ ਅਪਣਾਓ, ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਕਿਹਾ ਜਾਂਦਾ ਕਿ ਕਦਮ ਚੱਕੇ ਜਾਂਦੇ ਨੇ। ਕਿੰਨਾ ਕੁ % ਦਾ ਲੋਨ ਜਿਹੜਾ ਮੁਰਗੀ ਪਾਲਣ ਦੇ ਧੰਦੇ ਵਿੱਚ ਦੇ ਦਿੱਤਾ ਜਾਂਦਾ? ਪ੍ਰੋਪਰਟੀ ਰੱਖਦੇ ਆ ਬੈਂਕ ਦੇ ਵਿੱਚ, ਪ੍ਰੋਪਰਟੀ ਦੇ ਆਪਣੀ ਵੈਲਿਊ ਪਵਾ ਕੇ ਉਹਦਾ 50% ਦੇ ਦਿੰਦੇ ਆ। 20 ਲੱਖ ਦੀ ਪ੍ਰੋਪਰਟੀ ਉਹ 10 ਲੱਖ ਦਾ ਲੋਨ ਦੇ ਦਿੰਦੇ ਆ। ਅੱਛਾ, ਪ੍ਰੋਪਰਟੀ ਦੇ ਹਿਸਾਬ ਨਾਲ। ਇੱਦਾਂ ਲੋਨ ਨਹੀਂ ਦਿੰਦੇ ਉਹ, ਸਰਕਾਰ ਆਪਣੇ ਕੰਮ ਕਰਦੀ ਹੈ, ਬੈਂਕ ਵਾਲੇ ਆਪਣਾ ਪੱਕਾ ਕੰਮ ਕਰਦੀ ਹੈ ਵੀ ਤੁਹਾਡੀ ਜੇ 20 ਲੱਖ ਦੀ ਪ੍ਰੋਪਰਟੀ ਹੈ ਤੁਹਾਨੂੰ 10 ਲੱਖ ਰੁਪਏ 8 ਲੱਖ ਰੁਪਏ ਤੁਹਾਨੂੰ ਲੋਨ ਦੇ ਦਿਆਂਗੇ ਅਸੀਂ। ਨਹੀਂ ਕਰਜ਼ਾ ਉਤਾਰਾਂਗੇ, 5 ਸਾਲ ਦਾ ਲੋਨ ਹੁੰਦਾ, ਨਹੀਂ ਉਤਾਰਾਂਗੇ ਤਾਂ ਫਿਰ ਉਹ
ਬੈਂਕ ਪ੍ਰੋਪਰਟੀ ਜ਼ਬਤ ਕਰ ਦਿੰਦੇ। ਇੱਕ ਇਕੱਲਾ ਬੰਦਾ 5000 ਮੁਰਗੀ ਦਾ ਦੇਖਭਾਲ ਠੀਕ ਤਰ੍ਹਾਂ ਕਰਦਾ ਹੈ। ਉਹਦੀ ਸੈਲਰੀ 8000 ਰੁਪਏ ਸੈਲਰੀ ਦੇਣੀ ਪੈਂਦੀ ਹੈ ਉਹਨੂੰ, ਕਮਰਾ, ਬਿਜਲੀ, ਪਾਣੀ, ਸਿਲੰਡਰ, ਚੁੱਲ੍ਹਾ ਸਭ ਦੇਣਾ ਪੈਂਦਾ ਉਹਨੂੰ। ਇੱਕ ਬੰਦਾ ਇਹੀ ਕੰਮ ਕਰਦਾ ਜੀ। ਤੇ ਬਾਈ ਲੋਕਡਾਊਨ ਲੱਗਿਆ 2019 ਦੇ ਵਿੱਚ, ਤੁਸੀਂ ਨੇ ਪਹਿਲਾਂ ਵੀ ਹੈ ਨਾ ਗੱਲ ਕੀਤੀ। ਲੋਕਡਾਊਨ ਦੇ ਵਿੱਚ ਕਿੰਨਾ ਕੁ ਕਾਫੀ ਫਾਰਮਾਂ ਦਾ ਨੁਕਸਾਨ ਹੋਇਆ ਹੈ ਨਾ, ਤੇ ਕਿੰਨਾ ਕੁ ਨੁਕਸਾਨ ਜਿਹੜਾ ਮੁਰਗੀ ਪਾਲਣ ਦੇ ਧੰਦੇ ਦੇ ਵਿੱਚ ਜਿਹੜਾ ਚੱਕਣਾ ਪਿਆ, ਵਿਕੀ ਗਏ ਜਾਂ ਫਿਰ ਪ੍ਰੋਬਲਮਸ ਜਿਹੜੀਆਂ ਆਈਆਂ ਨੇ ਹੋਰ ਵਪਾਰੀਆਂ ਦੀ ਤਰ੍ਹਾਂ? ਅੰਡਾ ਵੇਚਿਆ 1.5 ਰੁਪਏ ਅੰਡਾ ਵੇਚਿਆ ਜੀ, ਮੁਰਗੀ 12 ਰੁਪਏ ਦੀ ਵੇਚੀ ਆ ਇੱਕ। ਘਾਟੇ ਬਹੁਤ ਪੈ ਗਏ, 12 ਤੋਂ 14 ਲੱਖ ਰੁਪਏ ਦੇ ਘਾਟੇ ਪੈ ਗਏ। ਪੱਲੇ ਤੋਂ ਪੈ ਗਿਆ ਮਤਲਬ। ਹਾਂ, ਘਾਟੇ ਅਜੇ ਕਰਜ਼ਾ ਚੜਿਆ ਬਾਜ਼ਾਰ ਦਾ, ਲੋਕਲ ਕਰਜ਼ਾ ਹੈਗਾ 20 ਲੱਖ ਰੁਪਏ ਅਜੇ ਉਹ ਦੇਣਾ, ਅਜੇ ਘਾਟੇ ਨਹੀਂ ਪੂਰੇ ਹੋਏ ਅਜੇ ਜੀ। ਤੇ ਗੱਲਾਂ ਸਰਕਾਰ ਦੀ ਆ ਗਈ ਹੈ ਨਾ, ਹੁਣ ਸਰਕਾਰ ਇੱਕ ਪਾਸੇ ਤਾਂ ਕਹਿੰਦੀ ਹੈ ਕਿ ਸਹਾਇਕ ਧੰਦੇ ਅਪਣਾਓ। ਜਦੋਂ ਹੁਣ ਲੋਕਡਾਊਨ ਦੇ ਵਿੱਚ ਨੁਕਸਾਨ ਹੋ ਜਾਂਦਾ ਹੈ ਜਾਂ ਹੋਰ ਕੋਈ ਅਣਸੁਖਾਵੀਂ ਘਟਨਾ ਹੋ ਜਾਂਦੀ ਹੈ, ਕੋਈ ਨੁਕਸਾਨ ਹੋ ਜਾਂਦਾ। ਅੱਛਾ ਬਾਈ, ਹੁਣ ਮੁਰਗੀ ਆਪਾਂ ਰੱਖਦੇ ਹਾਂ, ਨੌਕਰ ਵੀ ਰੱਖਣੇ ਪੈਂਦੇ ਨੇ, ਕੰਮਕਾਰ ਵੀ ਹੈ ਨਾ ਦੇਖਣ ਵਾਸਤੇ, ਕਿਉਂਕਿ ਇਕੱਲੇ ਬੰਦੇ ਦੇ ਵੱਸ ਦਾ ਕੰਮ ਨਹੀਂ। ਕਿੰਨੀ ਮੁਰਗੀ ਪਰ ਇੱਕ ਨੌਕਰ ਜਿਹੜਾ ਹੈਗਾ, ਕਿੰਨੀ ਮੁਰਗੀ ਇਕੱਲਾ ਬੰਦਾ ਜਿਹੜਾ ਇਹਨਾਂ ਨੂੰ ਸਾਂਭ ਸਕਦਾ, ਇਹਨਾਂ ਦੀ ਖੁਰਾਕ ਦਾ ਪ੍ਰੋਪਰ ਜਿਹੜਾ ਧਿਆਨ ਰੱਖ ਸਕਦਾ? ਇੱਕ ਇਕੱਲਾ ਬੰਦਾ 5000 ਮੁਰਗੀ ਸਾਂਭ ਰੱਖਦਾ। ਤਾਂ ਸਰਕਾਰ ਵੱਲੋਂ ਕੋਈ ਮਦਦ ਕੀਤੀ ਜਾਂਦੀ ਵਪਾਰੀ ਵਰਗ ਦੀ ਜਿਹੜਾ ਇਸ ਫੀਲਡ ਦੇ ਵਿੱਚ ਹੈਗਾ, ਪੋਲਟਰੀ ਫਾਰਮ ਦੇ ਬਿਜ਼ਨਸ ਦੇ ਵਿੱਚ ਹੈਗਾ? ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲਦੀ ਜੀ, ਨਾ ਬੈਂਕ ਵੱਲੋਂ ਨਾ ਸਰਕਾਰ ਵੱਲੋਂ ਕਿਸੇ ਪ੍ਰਕਾਰ ਦੀ ਮਦਦ ਨਹੀਂ ਮਿਲਦੀ। ਤੇ ਇਹ ਆਪਣੇ ਘਾਟੇ ਆਪਣੇ ਕਾਰੋਬਾਰ 'ਚ ਪੂਰੇ ਕਰਨੇ ਪੈਂਦੇ ਆ, ਜਾਂ ਕਦੀ ਹੁੰਦੇ ਆ ਕਦੀ ਨਹੀਂ ਹੁੰਦੇ, ਘਾਟੇ ਕਰਜ਼ੇ ਚੜੇ ਪਏ ਆ ਜੀ। ਤੇ ਤੁਸੀਂ ਗੱਲ ਕੀਤੀ ਜੇ ਕਿ 5 ਮਹੀਨੇ ਦੇ ਵਿੱਚ ਜਿਹੜੀ ਮੁਰਗੀ ਆ 1.5 ਕਿਲੋ ਦੇ ਕਰੀਬ ਹੋ ਜਾਂਦੀ ਆ ਅੰਡਾ, ਫਿਰ ਉਹਦਾ ਅਸਲ ਦੇ ਵਿੱਚ ਜਦੋਂ ਆਪਾਂ ਕੁਛ ਵੀਡੀਓਜ਼ ਦੇਖਦੇ ਹਾਂ ਕਿ ਟੀਕਾ ਲਗਾਇਆ, ਰਾਤੋਂ ਰਾਤ ਬੱਚਾ ਜਿਹੜਾ ਛੋਟੇ ਜਿਹੇ ਤੋਂ ਵੱਡਾ ਕਰਤਾ, ਫਿਰ ਉਹ ਕੀ ਹੈਗਾ? ਟੀਕੇ ਲਗਾਏ ਜਾਂਦੇ ਨੇ ਜਾਂ ਕੀ ਹੈਗਾ ਇਹਦੇ ਪਿੱਛੇ ਦੀ ਅਸਲੀਅਤ? ਕਿਉਂਕਿ ਤੁਸੀਂ 25-26 ਸਾਲ ਤੋਂ ਇੱਥੇ ਹੀ ਕੰਮ ਕਰ ਰਹੇ ਹੋ, ਤੁਹਾਨੂੰ ਜ਼ਿਆਦਾ ਇਹਦੇ ਬਾਰੇ ਚਾਨਣਾ ਪਾ ਸਕਦੇ ਹੋ ਕਿ ਟੀਕੇ ਨਾਲ ਕੋਈ ਇੱਦਾਂ ਦੇ ਆਉਂਦੇ ਨੇ ਟੀਕੇ ਕਿ ਜਿਹਦੇ ਨਾਲ ਰਾਤੋਂ ਰਾਤ ਬੱਚਾ ਜਿਹੜਾ ਵੱਡਾ ਹੋ ਜਾਂਦਾ? ਇੱਦਾਂ ਦੇ ਕੋਈ ਟੀਕੇ ਨਹੀਂ ਆਉਂਦੇ ਜੀ, ਨਾ ਹੀ ਬੱਚਾ ਵੱਡਾ ਹੁੰਦਾ। ਜਿੰਨੀ ਉਹਦੀ ਉਮਰ ਹੈ, ਉਮਰ ਦੇ ਹਿਸਾਬ ਨਾਲ ਉਹਨੇ ਵੱਡਾ ਹੋਣਾ। ਬ੍ਰੈਲਰ ਨੇ 4 ਹਫ਼ਤੇ 'ਚ ਵੱਡਾ ਹੋਣਾ, 6 ਹਫ਼ਤੇ ਵੱਡਾ ਹੋਣਾ। ਬ੍ਰੈਲਰ ਨੇ ਮੁਰਗੀ ਜਿਹੜੀ ਆ ਉਹ 150 ਦਿਨ ਤੋਂ ਅੰਡਾ ਸ਼ੁਰੂ 120 ਦਿਨ ਤੋਂ ਅੰਡਾ ਸ਼ੁਰੂ ਕਰਦੀ ਹੈ, 150 ਦਿਨ ਦੀ 1.5 ਕਿਲੋ ਦੀ ਹੋ ਜਾਂਦੀ ਹੈ। ਅੱਛਾ, ਖੁਰਾਕ ਰਾਹੀਂ ਸਾਰਾ ਕੁਝ ਸਭ ਕੁਝ ਤਿਆਰ ਹੁੰਦਾ ਹੈ, ਕੋਈ ਟੀਕੇ ਨਾਲ ਕੋਈ ਤਿਆਰ ਨਹੀਂ ਹੁੰਦਾ। ਖੁਰਾਕ ਕਿੰਨੀ ਵਾਰ ਪਾਉਣੀ ਆ ਇੱਕ ਦਿਨ ਦੇ ਵਿੱਚ? ਪਾਣੀ ਦਾ ਕਿਵੇਂ ਖਿਆਲ ਰੱਖਣਾ, ਕਿਉਂਕਿ ਗਰਮੀ ਆ, ਗਰਮੀ ਦੇ ਵਿੱਚ ਜਾਨਵਰ ਨੂੰ ਪਾਣੀ ਦਾ ਵੀ ਖਿਆਲ ਕਰਨਾ। ਕਿੰਨੀ ਕੁ ਮਿਹਨਤ ਆਉਂਦੀ ਹੈ ਇਹਦੇ ਪਿੱਛੇ? ਕੀ ਸ਼ਡਿਊਲ ਹੁੰਦਾ? ਸਵੇਰੇ ਕਿੰਨੇ ਵਜੇ ਤੋਂ ਜਿਹੜੀ ਸ਼ੁਰੂਆਤ ਇਹਨਾਂ ਦੀ ਖੁਰਾਕ ਦੀ, ਇਹਨਾਂ ਦਾ ਟੈਂਪਰੇਚਰ ਵੀ ਦੇਖਣਾ, ਕਿੰਨੇ ਵਜੇ ਤੋਂ ਸ਼ਡਿਊਲ ਜਿਹੜਾ ਸ਼ੁਰੂ ਹੋ ਜਾਂਦਾ ਇੱਥੇ? ਮੁਰਗੀ ਦੀ ਖੁਰਾਕ ਸਵੇਰੇ 6 ਵਜੇ ਪਾ ਦਿੰਦੇ ਆ, ਬਾਕੀ ਦੁਪਹਿਰ ਦੀ ਖੁਰਾਕ 2 ਵਜੇ ਪਾ ਦਿੰਦੇ ਮੁਰਗੀ ਨੂੰ। ਪੱਖੇ ਚਲਾ ਦਿੰਦੇ ਆ, ਫੁਆਰੇ ਚਲਾ ਦਿੰਦੇ ਆ, ਆਪਣੀ ਤਰਫੋਂ ਬਚਾਓ ਕਰਦੇ ਆ, ਫਿਰ ਵੀ ਨੁਕਸਾਨ ਹੋ ਜਾਂਦਾ। ਜਿਹੜੀ ਬ੍ਰੈਲਰ ਦੀ ਖੁਰਾਕ ਹੈ ਉਹ ਇੱਕ ਵਾਰੀ ਪਾ ਦਿੰਦੇ, ਡੱਬੇ ਭਰ ਦਿੰਦੇ ਆ, ਫਿਰ 24 ਘੰਟੇ ਬਾਅਦ ਪੈਂਦੀ ਆ ਉਹਨੂੰ। ਅੱਛਾ, ਉਹ 24 ਘੰਟੇ ਬਾਅਦ ਪੈਣੀ ਹੈ ਬ੍ਰੈਲਰ? ਉਹ ਬ੍ਰੈਲਰ ਦੇ ਡੱਬੇ ਇੱਕ ਵਾਰੀ ਭਰ ਦਿੰਦੇ ਆ, ਬ੍ਰੈਲਰ ਖਾਈ ਜਾਂਦਾ। ਹੁਣ ਤੁਹਾਡੇ ਕੋਲ 10,000 ਮੁਰਗੀ ਦੇ ਕਰੀਬ ਆਈ ਥਿੰਕ ਹੈਗੀ ਹੈ ਨਾ? 10,000 ਮੁਰਗੀ ਦਾ ਜੋ ਆਂਡਾ ਹੁੰਦਾ ਫਿਰ ਉਹ ਆਪਣੇ ਪੰਜਾਬ ਦੇ ਵਿੱਚ ਹੀ ਵਿਕਦਾ ਜਾਂ ਕਿਤੇ ਬਾਹਰ ਵੀ ਐਕਸਪੋਰਟ ਹੁੰਦਾ? ਬਾਹਰ ਨੂੰ ਵੀ ਭੇਜਦੇ ਹੋ ਕਿਤੇ ਨੂੰ? ਆਰਾਮ ਨਾਲ ਹੋਈ ਜਾਂਦਾ? ਕੋਈ ਹੁਣ ਇਸ਼ੂ ਤਾਂ ਨਹੀਂ ਆ ਰਿਹਾ, ਕੋਈ ਪ੍ਰੋਬਲਮ ਤਾਂ ਨਹੀਂ ਆਂਡੇ ਦੀ ਆ ਰਹੀ ਵੇਚਣ ਦੀ? ਅੰਡੇ ਵਿਕ ਜਾਂਦੇ ਆ ਜੀ, ਹੱਥ ਵਾਲੇ ਦੁਕਾਨਦਾਰ ਵਾਲੇ ਆਂਦੇ ਲੈ ਜਾਂਦੇ, ਪਰਚੂਨ ਵੇਚੀ ਜਾਂਦੇ ਆ। ਸਰੰਦ ਬੈਠਾ ਠੇਕੇਦਾਰ ਉਹ ਵੀ ਲੈ ਜਾਂਦਾ, ਫੀਡ ਦੇ ਜਾਂਦਾ, ਅੰਡੇ ਲੈ ਜਾਂਦਾ। ਹਾਂਜੀ, ਵਿਕ ਜਾਂਦਾ ਅੰਡਾ, ਵਿਕੀ ਜਾਂਦਾ ਜਾਣੀ। ਤੇ ਹੁਣ ਆਪਣੇ ਪਰਿਵਾਰਾਂ ਦੇ ਵਿੱਚ ਹੁੰਦਾ ਮਹੀਨੇ ਦਾ ਹਿਸਾਬ ਕਿ ਮਹੀਨੇ ਦੇ ਵਿੱਚ ਕੀ ਕਮਾਏ। ਇੱਕ ਨਵਾਂ ਕੋਈ ਹੈ ਬਿਜ਼ਨਸ ਕਰ ਰਿਹਾ ਕੋਈ ਨੌਜਵਾਨ ਜਿਹੜਾ, ਉਹ ਮਹੀਨੇ ਦੀ ਕਿੰਨੀ ਕੁ ਕਮਾਈ ਜਿਹੜੀ ਆ ਸ਼ੁਰੂਆਤ ਦੇ ਵਿੱਚ? ਤੁਸੀਂ ਤਾਂ ਚਲੋ ਵਧੀਆ, ਤੁਹਾਨੂੰ ਤਾਂ 25-26 ਸਾਲ ਹੋ ਗਏ, ਉਹ ਸ਼ੁਰੂਆਤ ਦੇ ਵਿੱਚ ਕਿੰਨੀ ਕਮਾਈ ਹੈ ਜਿਹੜੀ ਮਹੀਨੇ ਦੀ ਕਰ ਸਕਦਾ? ਨਵੇਂ ਬੰਦੇ ਦਾ ਇਹ ਕੰਮ ਨਹੀਂ ਹੈ ਜੀ। ਨਵਾਂ ਬੰਦਾ ਪੈਸੇ ਮਾਂ ਬਾਪ ਦੇ ਬੇਕਾਰ ਕਰੂਗਾ, ਉਹਨਾਂ ਨੂੰ ਚੌ 'ਚ ਕੰਮ ਕਰ ਲੂਗਾ, ਘਾਟਾ ਪੈ ਕੇ ਘਰ ਬੈਠ ਕੇ ਤਾਲਾ ਮਾਰ ਕੇ ਬਹਿ ਜਾਊਗਾ। ਨਵਾਂ ਬੰਦਾ ਕਿਰਾਏ 'ਤੇ ਫਾਰਮ ਲੈ ਲੂਗਾ, ਆਪਣਾ ਦੇਖ ਲੂਗਾ ਵੀ ਕੀ ਹੈ ਕੀ ਨਹੀਂ ਹੈ। ਨਵੇਂ ਬੰਦੇ ਕਿੰਨੇ ਗਏ ਕਿੰਨੇ ਚਲੇ ਗਏ, ਘਾਟੇ ਖਾ ਕੇ ਚਲੇ ਗਏ। ਪੁਰਾਣੇ ਬੰਦੇ ਹੈਗੇ ਉਹ ਕੰਮ ਕਰੀ ਜਾਂਦੇ ਆ 5-4 ਸਾਲਾਂ ਦੇ ਵਿੱਚ ਕੋਈ ਨਾ ਕੋਈ 4 ਪੈਸੇ ਬਚ ਜਾਂਦੇ ਆ। ਬਹੁਤ ਲੰਬਾ ਟਾਈਮ ਲੱਗਦਾ ਇਹਦੇ ਵਿੱਚ। ਨਵੇਂ ਬੰਦੇ ਦਾ ਕੋਈ ਕੰਮ ਨਹੀਂ ਹੈ। ਨਵੇਂ ਬੰਦੇ ਦਾ ਕੰਮ ਨਹੀਂ ਹੈ ਨਾ। ਤੇ ਇੱਕ ਪਾਸੇ ਕਹਿੰਦੇ ਨੇ ਕਿ ਕੰਪਨੀ ਦੇ ਨਾਲ ਵੀ ਕੰਟਰੈਕਟ ਹੋ ਜਾਂਦਾ ਹੈ ਇਸ ਫੀਲਡ ਦੇ ਵਿੱਚ ਕਿ ਅੰਡੇ ਜਿਹੜੇ ਨੇ ਕਿਸੇ ਕੰਪਨੀ ਨੇ ਚੱਕ ਲੈਣੇ ਨੇ, ਜਾਂ ਬਲੈਲਰ ਜਿਹੜਾ ਕਿਸੇ ਕੰਪਨੀ ਨੇ ਚੱਕ ਲੈਣਾ, ਜਾਂ ਕਈ ਕਰਦੇ ਨੇ ਕਿ ਸ਼ੁਰੂਆਤ ਜਿਹੜੀ ਆ ਉਹ
ਕਿਰਾਏ ਦੇ ਫਾਰਮ ਤੋਂ ਕਰ ਦਿੰਦੇ ਨੇ, ਕਿਰਾਏ ਦਾ ਫਾਰਮ ਲੈ ਲਓ ਕਿ ਹੌਲੀ ਹੌਲੀ ਕਾਮਯਾਬ ਹੋ ਜਾਾਂਗੇ, ਕੁਝ ਨਿਕਲਦਾ ਉਹਦੇ ਵਿੱਚੋਂ, ਜਾਂ ਕੰਪਨੀ ਨਾਲ ਕੰਟਰੈਕਟ ਕਰਕੇ ਫਾਇਦਾ ਹੈ, ਜਾਂ ਆਪਣੇ ਤੌਰ 'ਤੇ ਬਿਜ਼ਨਸ ਜਿਹੜਾ ਕਰੇ। ਕੰਪਨੀ ਨਾਲ ਕੰਮ ਕਰਿਆ ਉਹਨਾਂ ਨੇ, ਤਨਖਾਹ ਮਹੀਨੇ ਦੀ ਪੱਲੇ ਪੈ ਜਾਂਦੀ ਹੈ ਵੀ ਨੌਕਰੀ ਤਾਂ ਬੰਦਾ ਚਲੋ 8-10 ਹਜ਼ਾਰ ਦੀ ਨੌਕਰੀ ਹੈ, 12-15 ਹਜ਼ਾਰ ਮਹੀਨੇ ਦਾ ਬਚ ਜਾਂਦਾ। ਅੱਛਾ, ਕੰਪਨੀ ਮਤਲਬ ਇੰਨੇ ਕੁ ਦੇ ਜਾਂਦੀ ਹੈ। ਕੰਪਨੀ ਦਾ ਜਿਹੜਾ ਮਿਹਨਤ ਕਰਕੇ ਟੋਟਲ ਸਾਰਾ ਵੀ ਉਹਨਾਂ ਦੀ ਤਨਖਾਹ ਜਿਹੜੀ 10-15 ਹਜ਼ਾਰ ਮਹੀਨਾ ਇੱਕ ਬੰਦੇ ਨੂੰ ਪੱਲੇ ਪੈ ਜਾਂਦੀ ਹੈ। ਤੇ ਬੰਦਾ ਚਲੋ ਨੌਕਰੀ ਨਾ ਕਰੇ, ਆਪਣੀ ਜ਼ਮੀਨ ਹੋਵੇ, ਆਪਣਾ ਫਾਰਮ ਹੋਵੇ, 15 ਹਜ਼ਾਰ ਮਹੀਨੇ ਦਾ ਕਿਤੇ ਨਹੀਂ ਗਿਆ। ਹਾਂ, ਆਹ ਮਿਹਨਤ ਕਰੇ ਜੀ। ਮਤਲਬ ਇੱਕ ਆਖਰੀ ਸਵਾਲ ਆ ਬਾਈ, ਹੈ ਨਾ, ਸਰਕਾਰ ਇੱਕ ਪਾਸੇ ਤਾਂ ਕਹਿੰਦੀ ਆ ਕਿ ਅਸੀਂ ਉਤਸ਼ਾਹਿਤ ਕਰ ਰਹੇ ਹਾਂ, ਇੱਕ ਪਾਸੇ ਤੁਸੀਂ ਕਹਿੰਦੇ ਹੋ ਸਰਕਾਰ ਵੱਲੋਂ ਕੁਝ ਨਹੀਂ ਜਿਹੜਾ ਦਿੱਤਾ ਜਾ ਰਿਹਾ। ਕੀ ਕਦਮ ਸਰਕਾਰ ਨੂੰ ਚੱਕਣੇ ਚਾਹੀਦੇ ਨੇ? ਕੀ ਤੁਹਾਡੀ ਡਿਮਾਂਡ ਹੈਗੀ ਕਿ ਜਿਹਦੇ ਨਾਲ ਤੁਹਾਡਾ ਧੰਦੇ ਜਿਹੜੇ ਨੇ, ਕਿਉਂਕਿ ਪੰਜਾਬ ਦੇ ਪੁਰਾਣੇ ਧੰਦੇ ਨੇ, ਹੈ ਨਾ, ਕਾਫੀ ਲੰਬੇ ਸਮੇਂ ਤੋਂ ਜਿਹੜੇ ਇਹਨਾਂ ਨੂੰ ਪਾਲਦੇ ਆ ਰਹੇ ਨੇ, ਜਿਹਦੇ ਨਾਲ ਵਪਾਰੀ ਵਰਗ, ਇਸ ਵਰਗ ਦਾ ਜਿਹੜਾ ਬਚ ਸਕੇ, ਕੁਝ ਨਾ ਕੁਝ ਇਹਨਾਂ ਨੂੰ ਫਾਇਦਾ ਹੋ ਸਕੇ? ਸਰਕਾਰ ਜਿਹੜੀ ਪੰਜਾਬ ਸਰਕਾਰ ਦੇਵੇ ਜਾਂ ਦਿੱਲੀ ਸਰਕਾਰ ਦੇਵੇ, ਮੱਕੀ ਬਾਜਰੇ ਸਬਸਿਡੀ ਦੇਵੇ, ਮੱਕੀ ਬਾਜਰੇ ਦਾ ਕੰਟਰੋਲ ਰੇਟ ਰੱਖ ਲਵੇ 1500 ਜਾਂ 1600 ਰੁਪਏ ਕੁਇੰਟਲ ਦਾ ਰੱਖੇ, ਫਿਰ ਪੋਲਟਰੀ ਬਚ ਜੂਗੀ। ਨਹੀਂ ਫਿਰ ਹਾਂ, ਨਹੀਂ ਤਾਂ 1800 2000 ਜਿਵੇਂ 2019 ਵਿੱਚ 2300 ਰੁਪਏ ਕੁਇੰਟਲ ਲਿਆ ਸੀ ਮੱਕੀ ਬਾਜਰਾ। ਹਾਂਜੀ, ਉਹ ਸਟੋਰ ਕਰ ਲੈਂਦੇ ਆ, ਫਿਰ ਮਹਿੰਗੀ ਚੀਜ਼ ਦਿੰਦੇ ਆ, ਫਿਰ ਘਾਟੇ ਬਹੁਤ ਪੈਂਦੇ ਆ। ਹੁਣ ਇੱਕ ਆਖਰੀ ਸਵਾਲ ਹੋਰ ਨਿਕਲ ਕੇ, ਮੈਂ ਮਾਫੀ ਚਾਹੁੰਦਾ, ਹੋਰ ਨਿਕਲ ਕੇ ਇੱਕ ਸਾਹਮਣੇ ਆਉਂਦਾ, ਘਾਟੇ ਪੈ ਗਏ ਲੋਕਡਾਊਨ ਦੇ ਵਿੱਚ, ਹੈ ਨਾ, ਲੋਕਡਾਊਨ 'ਚ ਘਾਟੇ ਪੈ ਗਏ। ਤੁਸੀਂ ਦੱਸਿਆ ਕਿ 20 ਲੱਖ ਦੇ ਕਰੀਬ ਦਾ ਜਿਹੜਾ ਨੁਕਸਾਨ ਆ ਮੈਨੂੰ ਪੱਲੇ ਤੋਂ ਜਿਹੜਾ ਚੱਕਣਾ ਪੈ ਰਿਹਾ, ਉਹ ਫਿਰ ਪੂਰਾ ਕਿੱਥੇ ਜਾ ਕੇ ਹੋਊਗਾ? ਪੂਰਾ ਹੋਣ ਦੀ ਕੋਈ ਆਸ ਦੀ ਕਿਰਨ ਦਿਖਦੀ ਅੱਜ ਦੇ ਹਾਲਾਤ ਦੇਖ ਕੇ? ਫੀਡ ਸਸਤੀ ਹੋ ਜਾਵੇ ਫਿਰ ਕੁਝ ਬਚ ਜਾਵਾਂਗੇ। ਚਲੋ ਫੀਡ ਤੇ ਸਾਰਾ ਕੁਝ ਹੈਗਾ, ਅੰਡਾ ਤਾਂ ਫਿਰ ਵੀ ਆਖਿਰ ਮੁੜ ਕੇ ਉਹੀ 3-3.5 ਰੁਪਏ ਆ ਜਾਣਾ, 4-4 ਰੁਪਏ ਇੱਦਾਂ ਹੀ ਵਿਕਣਾ। ਸਾਰਾ ਕੰਮ ਜਿਹੜਾ ਪੋਲਟਰੀ ਆ ਫੀਡ ਦੇ ਉੱਤੇ ਹੈ। ਮਤਲਬ ਫੀਡ ਦੇ ਉਹੀ ਗੱਲ ਆ ਗਈ ਕਿ 700 ਰੁਪਏ ਥੈਲਾ ਪਹਿਲੇ ਮਿਲਦਾ ਸੀਗਾ 3-4 ਮਹੀਨੇ ਪਹਿਲੇ, ਹੁਣ ਥੈਲਾ 1200 ਰੁਪਏ ਦਾ ਮਿਲਣ ਲੱਗ ਗਿਆ, 500 ਥੈਲਾ ਮਹਿੰਗਾ। ਉਹੀ ਕਮਾਈ ਸਾਡੀ ਖਤਮ ਹੋ ਗਈ। ਸਾਡੀ ਸਬਸਿਡੀ ਸਰਕਾਰ ਦੇਵੇ, ਸਬਸਿਡੀ ਦੀ ਮਤਲਬ। ਹਾਂ ਦੋਸਤੋ, ਪੋਲਟਰੀ ਫਾਰਮ ਦਾ ਬਿਜ਼ਨਸ ਕਰ ਰਹੇ ਬਾਈ ਉਹਨਾਂ ਦਾ ਦਰਦ ਤੁਸੀਂ ਨੇ ਸੁਣਿਆ ਕਿ ਜੇਕਰ ਪੋਲਟਰੀ ਦਾ ਬਿਜ਼ਨਸ ਬਚਾਉਣਾ, ਪੈਸਾ ਬੇਸ਼ੱਕ ਹੈਗਾ, ਜੇਕਰ ਮਿਹਨਤ ਇਨਸਾਨ ਇੱਕ ਚੰਗੀ ਮਿਹਨਤ ਕਰਦਾ, ਪੈਸਾ ਹੈਗਾ, ਪਰ ਸਬਰ ਵੀ ਰੱਖਣਾ ਪੈਂਦਾ। ਸਰਕਾਰ ਵੱਲੋਂ ਇਹਨਾਂ ਨੇ ਡਿਮਾਂਡ ਲਗਾਈ ਆ ਕਿ ਜਿਹੜਾ ਪੋਲਟਰੀ ਦਾ ਬਿਜ਼ਨਸ ਬਚਾਉਣ ਦੇ ਲਈ ਸਬਸਿਡੀ ਦੀ ਜ਼ਰੂਰਤ ਹੈਗੀ, ਤਾਂ ਪੋਲਟਰੀ ਦਾ ਬਿਜ਼ਨਸ ਬਚੂਗਾ। ਨਹੀਂ ਉਹ ਦਿਨ ਦੂਰ ਨਹੀਂ ਜਿਸ ਦਿਨ ਪੋਲਟਰੀ ਫਾਰਮ ਦਾ ਬਿਜ਼ਨਸ ਜਿਹੜਾ ਪੰਜਾਬ ਦੇ ਵਿੱਚੋਂ ਖਤਮ ਹੋ ਜਾਊਗਾ। ਸਰਕਾਰ ਜੀ, ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਖੇਤੀ ਦੇ ਨਾਲ ਸਹਾਇਕ ਧੰਦੇ ਜਿਹੜੇ ਨੇ ਉਹ ਕਰਨੇ ਪੈਣਗੇ ਤਾਂ ਕਿਤੇ ਜਾ ਕੇ ਪੰਜਾਬ ਬਚੂਗਾ। ਇੱਕ ਪਾਸੇ ਬਾਈ ਹੋਣੀ ਖੜੇ ਨੇ ਜਿਹੜੇ ਕਹਿੰਦੇ ਨੇ ਕਿ ਸਰਕਾਰਾਂ ਕੁਝ ਨਹੀਂ ਦਿੰਦੀਆਂ, ਜਿਹੜਾ ਨੁਕਸਾਨ ਹੋ ਜਾਂਦਾ ਆਪਣੇ ਪੱਲੇ ਤੋਂ ਜਰਨਾ ਪੈਂਦਾ। ਇਹਨਾਂ ਬਾਰੇ ਵੀ ਸਰਕਾਰ ਜੀ ਜ਼ਰੂਰ ਕੁਝ ਸੋਚੋ। ਆਸ ਕਰਦੇ ਹਾਂ ਤੁਹਾਨੂੰ ਸਾਡੀ ਇਹ ਕਵਰੇਜ ਪਸੰਦ ਆਈ ਹੋਊਗੀ। ਕਿਸੇ ਨਵੀਂ ਅਪਡੇਟ ਦੇ ਨਾਲ ਤੁਹਾਡੇ ਤੱਕ ਜਲਦੀ ਪਹੁੰਚ ਕਰਦੇ ਹਾਂ। ਪ੍ਰਾਈਡ ਪੰਜਾਬ ਟੀਵੀ ਦੇਖਦੇ ਰਹੋ। ਇਜਾਜ਼ਤ ਦਿਓ, ਧੰਨਵਾਦ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।